ਚਮਕੌਰ ਦੇ ਜੰਗ ਵਿੱਚੋਂ ਘੇਰੇ 'ਚੋਂ ਬਚ ਕੇ ਨਿਕਲ ਗਏ ਹਨ ਅਤੇ ਭਾਈ ਦਇਆਲ ਸਿੰਘ ਸਾਹਿਬ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ। CID ਰਿਪੋਰਟ ਮਿਲੀ ਕਿ ਇਸ ਵੇਲੇ ਸਤਿਗੁਰੂ ਜੀ ਭਾਈ ਸ਼ਮੀਰ ਦੇ ਪਾਸ ਹੈ। ਉਹਨਾਂ ਨੇ ਫਿਰ ਆਪਣੀ ਚਿੱਠੀ ਲਿਖੀ ਕਿ ਤੈਨੂੰ ਸਰਕਾਰ ਦਾ ਕੋਈ ਡਰ ਨਹੀਂ, ਭੈ ਨਹੀਂ, ਇਹਨਾਂ ਨੂੰ ਗ੍ਰਿਫਤਾਰ ਕਰਾ। ਉਹਨਾਂ ਨੇ ਪੱਤਰ ਦਾ ਜਵਾਬ ਬੜੀ ਦਲੇਰੀ ਨਾਲ ਦਿੱਤਾ ਕਿ ਤੁਹਾਡੇ ਧਰਮ ਦੇ ਕੋਈ ਪੀਰ ਤੁਹਾਡੇ ਘਰ ਆ ਜਾਣ, ਤੁਸੀਂ ਉਹਨਾਂ ਦੀ ਸੇਵਾ ਕਰੋਗੇ ਕਿ ਇਸ ਤਰ੍ਹਾਂ ਦਾ ਵਰਤਾਵ ਕਰੋਗੇ। ਸਾਡੇ ਗੁਰੂ ਹਨ, ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ, ਉਹਨਾਂ ਦੇ ਹੁਕਮ ਵਿੱਚ ਪਹਿਰਾ ਦੇ ਰਹੇ ਹਾਂ। ਜੇ ਤੇਰੀਆਂ ਬਾਹਾਂ ਵਿੱਚ ਜ਼ੋਰ ਆ ਤੇ ਜੰਗ ਕਰ ਲੈ, ਦੇਖ ਲਾ ਤੇ ਆ ਕੇ ਲੈ ਜਾ। ਮਹਾਰਾਜ ਦੇ ਨਾਲ ਤੁਸੀਂ ਬੇਅੰਤ ਜੰਗ ਕਰਕੇ ਦੇਖ ਚੁੱਕੇ हैं, ਹਰ ਥਾਂ ਤੁਹਾਨੂੰ ਹਾਰ ਅਤੇ ਅਸਫਲਤਾ ਦਾ ਹੀ ਮੂੰਹ ਦੇਖਣਾ ਪਿਆ। ਤੇ ਜਦੋਂ ਫਿਰ ਐਸੇ ਸਮੇਂ ਬਣੇ, ਇਹਨਾਂ ਨੇ ਬੜੀ ਬਹਾਦਰੀ ਦਿਖਾਉਂਦੇ ਰਹੇ, ਬੜੀ ਵਫਾਦਾਰੀ ਦਿਖਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸ਼ਮੀਰ ਤੁਹਾਡੀਆਂ ਬੇਅੰਤ ਸੇਵਾਵਾਂ ਹਨ, ਕੋਈ ਵਰਦਾਨ ਮੰਗ ਲਓ। ਕਹਿਣ ਲੱਗੇ, ਮਹਾਰਾਜ ਆਪਣੀ ਗੁਰਸਿੱਖੀ ਬਖਸ਼ੋ, ਸਾਡੀ 84 ਕੱਟ ਦਿਓ। ਮਹਾਰਾਜ ਕਹਿਣ ਲੱਗੇ, ਦੁਨੀਆ ਦਾ ਰਾਜ, ਦੁਨੀਆ ਦੀ ਵਡਿਆਈ, ਮਾਇਆ ਪਦਾਰਥ, ਜੋ ਚਾਹੂੰ ਉਹ ਮਿਲ ਜਾਏਗਾ। ਪਰ ਉਹਨਾਂ ਨੇ ਇਹੀ ਮੰਗਿਆ, ਸਾਡੀ 84 ਕੱਟੋ, ਸਿੱਖੀ ਬਖਸ਼ੋ, ਗੁਰਮਤਿ ਬਖਸ਼ੋ, ਆਪਣੀ ਪ੍ਰੇਮਾ ਭਗਤੀ ਬਖਸ਼ੋ। ਮਹਾਰਾਜ ਇਹਨਾਂ ਦਾ ਸਿਦਕ ਤੇ ਪਿਆਰ ਦੇਖ ਕੇ ਕਹਿਣ ਲੱਗੇ, ਕੋਈ ਨਹੀਂ, ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨਗੇ। ਭਾਈ ਸ਼ਮੀਰ ਜੀ ਜਦੋਂ ਸੁੱਤੇ, ਸੁਪਨੇ ਦੇ ਵਿੱਚ ਉਹਨੇ ਬੜੇ ਕੌਤਕ ਦੇਖੇ, ਕਦੀ ਕਿਸੇ ਜਨਮ ਵਿੱਚ, ਕਦੀ ਕਿਸੇ ਜਨਮ 'ਚ, ਬਹੁਤ ਜਨਮ ਹੋ ਗਏ। ਅਖੀਰੀ ਚੰਡਾਲ ਦੇ ਜਨਮ ਹੋਇਆ। ਗਰੀਬੀ ਸੀ, ਬਣ ਦੇ ਦਰਖਤ ਤੋਂ ਪੀਲੂ ਤੋੜ ਕੇ ਖਾ ਰਿਹਾ ਤੇ ਨੀਚੇ ਡਿੱਗ ਪਏ। ਸੁਪਨਾ ਖੁੱਲ੍ਹ ਗਿਆ, ਦੇਖਿਆ ਕਿ ਮੂੰਹ ਵਿੱਚ ਉਹ ਪੀਲੂ ਆ। ਬੜੇ ਹੈਰਾਨ, ਇਸ ਤਰ੍ਹਾਂ ਦੇ ਕਈ ਸੁਪਨੇ ਦੇਖੇ ਆ। ਆਖਰੀ ਜਿਹੜਾ ਸੀ ਕਿ ਬਣ ਦੇ ਦਰਖਤ ਤੋਂ ਮੈਂ ਡਿੱਗਿਆ, ਮੂੰਹ 'ਚ ਪੀਲੂ ਆ ਤੇ ਸੁੱਤਾ ਆ ਤੇ ਆਪਣੇ ਬਿਸਤਰੇ 'ਤੇ ਬਹੁਤ ਹੈਰਾਨ ਹੋਇਆ। ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ, ਬੇਨਤੀ ਕੀਤੀ, ਮਹਾਰਾਜ ਸਾਰੀ ਰਾਤ ਮੈਨੂੰ ਇਸ ਤਰ੍ਹਾਂ ਸੁਪਨਾ ਆਇਆ, ਕਈ ਜਨਮ ਧਾਰੇ, ਆਖਰੀ ਜਨਮ ਇਸ ਤਰ੍ਹਾਂ ਦਾ ਹੋਇਆ, ਇਹ ਕੀ ਕੌਤਕ ਹੈ। ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਬੇਨਤੀ ਕੀਤੀ ਸੀ ਮੇਰੀ 84 ਕੱਟੋ, ਜਨਮ ਮਰਨ ਮਿਟਾਓ। ਇਹ ਜਿੰਨੇ ਜਨਮ ਸੀ ਇਹਨਾਂ ਦਾ ਫਲ ਸੁਪਨੇ ਵਿੱਚ ਭੁਗਤਾ ਦਿੱਤਾ। ਇਹ ਤੁਹਾਡਾ ਜਿਹੜਾ ਚੰਡਾਲ ਦਾ ਆਖਰੀ ਜਨਮ ਸੀ, ਇਹ ਕੁਝ ਹੋਣਾ ਸੀ, ਇਹ ਸਭ ਭੁਗਤਾ ਦਿੱਤੇ ਆ। ਤੁਹਾਡੀ ਇਸ ਲੋਕ 'ਚ ਵੀ ਅਤੇ ਪਰਲੋਕ 'ਚ ਵੀ ਅਸੀਂ ਬਾਂਹ ਫੜੀ ਹੈ, ਕਿਉਂਕਿ ਤੁਸੀਂ ਇਸ ਘਰ ਦੀ ਵਫਾਦਾਰੀ ਦੇ ਨਾਲ ਸੇਵਾ ਹਰ ਪੱਖ ਤੋਂ ਕੀਤੀ ਹੈ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜਾ ਭਾਈ ਉਹਨਾਂ ਦੀ ਓਟ ਲੈਂਦਾ ਹੈ, ਦੋਵੇਂ ਥਾਪ ਦੋਹਾਂ ਜਹਾਨਾਂ ਵਿੱਚ, ਦੋਨਾਂ ਜਗ੍ਹਾ ਵਿੱਚ ਰੱਖਿਆ ਗੁਰ ਸੂਰੇ। ਗੁਰੂ ਜੋ ਸੂਰਮੇ ਹਨ, ਆਪਣੇ ਪਿਆਰਿਆਂ ਦੀ ਲਾਜ, ਇੱਜ਼ਤ, ਪੱਤ ਰੱਖਦੇ ਹਨ। ਹਾਲਤ ਪਲਤ ਪਾਰ ਬ੍ਰਹਮ ਸਵਾਰੇ। ਸਤਿਗੁਰੂ ਜੀ ਉਹਨਾਂ ਦਾ ਇਹ ਲੋਕ ਵੀ ਸਵਾਰ ਦਿੰਦੇ ਹਨ। ਹਾਲਤ ਪਲਤ
ਉਹਨਾਂ ਦਾ ਪਰਲੋਕ ਵੀ ਸਵਾਰ ਦਿੰਦੇ ਆ। ਇੱਥੇ ਵੀ ਕਿਸੇ ਪ੍ਰਕਾਰ ਦਾ ਦੁੱਖ ਕਸ਼ਟ ਤਕਲੀਫ ਨਹੀਂ ਆਉਂਦੀ। ਆ ਜਾਏ ਅਤੇ ਬਖਸ਼ਿਸ਼ ਕਰਕੇ ਸੁੱਖ ਦਿੰਦੇ ਆ, ਅਤੇ ਪਰਲੋਕ ਵਿੱਚ ਉਹਨਾਂ ਨੂੰ ਜਮਾਂ ਦੀ ਸਾਸਨਾ ਜਿਹੜੀ ਹੈ ਉਹ ਭੋਗਣੀ ਨਹੀਂ ਪੈਂਦੀ। ਨਾਮ ਬਾਣੀ ਦੀ ਬਰਕਤ ਨਾਲ ਇੱਥੇ ਵੀ ਸੁੱਖ ਲੈਂਦੇ ਆ, ਅਗਲੇ ਲੋਕਾਂ ਵਿੱਚ ਵੀ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਜੀ ਨੇ ਉਹਨਾਂ ਦੇ ਲੋਕ ਪਰਲੋਕ ਦੇ ਸਾਰੇ ਕਾਰਜ ਸਵਾਰ ਦਿੱਤੇ ਹਨ। ਕਾਰਜ ਹੋਏ ਸਗਲੇ ਪੂਰੇ, ਅਤੇ ਉਹਨਾਂ ਦੇ ਜਿੰਨੇ ਵੀ ਕਾਰਜ ਹੈ ਉਹ ਗੁਰਮਤਿ ਤੋਂ ਬਾਹਰ ਕੋਈ ਕਾਰਜ ਕਰਦੇ ਹੀ ਨਹੀਂ। ਜਿਹੜਾ ਵੀ ਕਾਰਜ ਕਰਦੇ ਆ ਉਹ ਗੁਰੂ ਸਾਹਿਬ ਨੂੰ ਸਾਖੀ ਜਾਣ ਕੇ ਕਰਦੇ ਆ। ਕੋਈ ਐਸਾ ਕਰਮ ਤੇ ਕਰਦੇ ਹੀ ਨਹੀਂ ਜੋ ਪਾਪ ਕਰਮ ਹੋਵੇ। ਜਿਹੜੇ ਵੀ ਉਹ ਪੁੰਨ ਕਰਮ ਨੇਕੀ ਵਾਲੇ ਕਰਮ ਆਰੰਭ ਕਰਦੇ ਆ, ਧਰਮ ਵਾਲੇ ਕੰਮ ਆਰੰਭ ਕਰਦੇ ਆ, ਸਤਿਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਦੇ ਜਿੰਨੇ ਵੀ ਕਾਰਜ ਹਨ ਉਹ ਸਾਧ ਸੰਗਤ ਜੀ ਸਾਰੇ ਪੂਰੇ ਹੋ ਜਾਂਦੇ ਆ। ਜਿਵੇਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੰਗ ਹੋ ਰਹੀ ਸੀ, ਕੋਈ ਮਾਇਆ ਦੀ ਖਜ਼ਾਨੇ ਦੀ ਕਮੀ ਆਈ, ਅਰਦਾਸ ਕੀਤੀ ਕਿ ਮਹਾਰਾਜ ਮਾਇਆ ਤੋਂ ਬਿਨਾਂ ਸ਼ਸਤਰਾਂ ਦਾ ਖਰੀਦਣਾ ਅਤੇ ਫੌਜ ਨੂੰ ਤਨਖਾਹ ਵਗੈਰਾ ਦੇਣੀ ਅਤੇ ਰਾਸ਼ਨ ਪਾਣੀ ਕਮੀ ਆ ਰਹੀ ਹੈ। ਕੁਦਰਤੀ ਮਹਾਰਾਜ ਜਿਹੜੀ ਹਥਣੀ ਦੇ ਸਵਾਰ ਸੀ ਉਹ ਧਰਤੀ ਵਿੱਚ ਖੁੱਭ ਗਈ। ਜਦੋਂ ਦੇਖਿਆ ਅਤੇ ਉੱਥੋਂ ਸੋਨੇ ਦੀਆਂ ਮੋਹਰਾਂ ਦੀਆਂ ਭਰੀਆਂ ਹੋਈਆਂ ਗਾਗਰਾਂ ਪ੍ਰਾਪਤ ਹੋਈਆਂ। ਕਿਉਂਕਿ ਮਹਾਰਾਜ ਆਪਣੇ ਪਿਆਰਿਆਂ ਦੀ ਐਸਾ ਸਮਾਂ ਕੋਈ ਆ ਬਣੇ ਸਹਾਇਤਾ ਕਰਦੇ ਹੈ। ਮਹਾਰਾਜਾ ਰਣਜੀਤ ਸਿੰਘ ਸਾਹਿਬ ਸ਼ੇਰੇ ਪੰਜਾਬ ਬੜੇ ਪ੍ਰਸੰਨ ਹੋਏ ਕਿ ਸਤਿਗੁਰੂ ਜੀ ਆਪ ਦੇ ਚਰਨਾਂ 'ਚ ਅਰਦਾਸ ਕੀਤੀ ਸੀ। ਆਪ ਜੀ ਨੇ ਬੜੀ ਨੇੜੇ ਹੋ ਕੇ ਸੁਣੀ ਹੈ ਅਤੇ ਜੰਗ ਦੇ ਵਿੱਚ ਬੜਾ ਵਿਘਨ ਪੈਣਾ ਸੀ, ਪਰ ਹੁਣ ਆਪ ਜੀ ਨੇ ਮਨੋਮਈ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਪ੍ਰਵਾਨ ਕੀਤੀ ਹੈ, ਖੁੱਲ੍ਹੇ ਖਜ਼ਾਨੇ ਬਖਸ਼ ਦਿੱਤੇ ਹੈ। ਅਤੇ ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ, ਸਤਿਗੁਰੂ ਜੀ ਦੀ ਓਟ ਲੈਣ ਵਾਲਾ ਵਿਅਕਤੀ ਹੈ, ਕੋਈ ਵੀ ਹੋਵੇ ਜਿਹਦੇ ਅੰਦਰ ਸਤਿਗੁਰੂ ਜੀ ਦੇ ਭਰੋਸਾ ਹੈ ਔਰ ਮਹਾਰਾਜ ਦੀ ਓਟ ਲੈ ਕੇ ਚੱਲਦਾ ਹੈ, ਉਹਦੇ ਆਰੰਭੇ ਹੋਏ ਸਤਿਗੁਰੂ ਜੀ ਪ੍ਰਮਾਣ ਕਰਦੇ ਹਨ। ਸਾਰੇ ਕਾਰਜ ਜਿਹੜੇ ਹਨ ਉਹ ਪੂਰੇ ਹੋ ਜਾਂਦੇ ਹਨ, ਕਿਉਂਕਿ ਉਹ ਆਪਣੀ ਹੋਂਦ ਨਹੀਂ ਰੱਖਦਾ। ਉਹ ਜਿਹੜਾ ਵੀ ਕਾਰਜ ਆਰੰਭ ਕਰਦਾ ਉਹ ਸਤਿਗੁਰੂ ਜੀ ਦੀ ਓਟ ਲੈ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਰਦਾ ਹੈ। ਸਤਿਗੁਰੂ ਜੀ ਫਿਰ ਸਹਾਇਕ ਹੋ ਜਾਂਦੇ ਹੈ। ਵਿੱਚ ਕਰਤਾ ਪੁਰਖ ਖਲੋਆ ਬਾਲ ਨਾ ਵਿੰਗਾ ਹੋਆ। ਉਸ ਕਾਰਜ ਵਿੱਚ ਮਹਾਰਾਜ ਆਪ ਸ਼ਾਮਿਲ ਹੁੰਦੇ ਹੈ ਅਤੇ ਉਹ ਜਿਹੜੇ ਕਾਰਜ ਹੈ ਸਾਰੇ ਦੇ ਸਾਰੇ ਭਾਈ ਪੂਰੇ ਹੋ ਜਾਂਦੇ ਹਨ। ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ। ਹਰੀ ਹਰ ਪਰਮੇਸ਼ਰ ਦਾ ਨਾਮ ਜਪਦੇ ਆ ਆਤਮਿਕ ਸੁਖ ਵਾਸਤੇ। ਸਹਿਜੇ ਸੁਭਾਵਿਕ ਹੀ, ਸਹਿਜ ਵਿਚਾਰ ਦੁਆਰਾ, ਕਿਉਂਕਿ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁਝੀਐ, ਅਕਲੀ ਕੀਚਿਆ ਦਾਨ। ਵਿਚਾਰ ਦੀ ਲੋੜ ਹਰ ਜਗ੍ਹਾ ਹੀ ਹੈ। ਵਿਵੇਕ ਬੁੱਧੀ ਦੇ ਨਾਲ ਜਿਹੜਾ ਕਾਰਜ ਕੀਤਾ ਜਾਏ ਗੁਰਮਤਾ ਕਰਕੇ ਸੰਗਤ ਵਿੱਚ, ਉਹਦੇ 'ਚ ਹੋਰ ਵੀ ਬਹੁਤ ਵੱਡੀ ਬਰਕਤ ਹੁੰਦੀ ਹੈ। ਇਸ ਵਾਸਤੇ ਜਿਹੜੇ ਗੁਰਮੁਖ ਪਿਆਰੇ ਹੈ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ। ਜਿੰਨੀਆਂ ਮਨ ਦੀਆਂ
ਬਾਸ਼ਨਾਵਾਂ ਹਨ, ਉਹਨਾਂ ਨੂੰ ਜ਼ਬਤ ਕਾਬੂ ਕਰ ਲੈਂਦੇ। ਸੁਖ ਸਹਿਜ, ਸਹਿਜ ਸੁਭਾਵਕ ਹੀ ਉਹਨਾਂ ਨੂੰ ਇਸ ਲੋਕ ਦੇ ਪਰਲੋਕ ਦੇ ਜਿਹੜੇ ਸੁੱਖ ਹੈ ਉਹ ਪ੍ਰਾਪਤ ਹੋ ਜਾਂਦੇ ਹਨ। ਮੱਜਨ ਹੋਵਤ ਸਾਧੂ ਧੂਰੇ, ਫਿਰ ਸਾਧ ਸੰਗਤ ਵਿੱਚ ਆ ਕੇ ਮਹਾਂਪੁਰਖਾਂ ਦੀ ਧੂੜੀ ਵਿੱਚ ਇਸ਼ਨਾਨ ਕਰਦੇ ਆ। ਜਿਹੜੀ ਸਿੱਖਿਆ ਰੂਪੀ ਧੂੜੀ ਹੈ, ਇਹ ਸਿੱਖਿਆ ਦੇ ਨਾਲ ਆਪਣੇ ਮਨ ਨੂੰ ਸ਼ੁੱਧ ਕਰਦੇ ਆ। ਸੰਗਤ ਵਿੱਚ ਦਾਸਾ ਭਾਵ ਧਾਰ ਕੇ ਆਉਂਦੇ ਆ ਨਿਰਮਾਣਤਾ ਦੇ ਨਾਲ। ਫਿਰ ਉਹਨਾਂ ਦੀ ਜਿਹੜੀ ਸਿੱਖਿਆ ਰੂਪੀ ਧੂੜੀ ਹੈ, ਜਿਵੇਂ ਧੂੜ ਭਾਂਡੇ ਨੂੰ ਮਾਂਜ ਕੇ ਸਾਫ਼ ਕਰਦੀ ਹੈ, ਜਿਹੜੀ ਇਹ ਸਿੱਖਿਆ ਰੂਪੀ ਧੂੜੀ ਹੈ ਇਹ ਮਨ ਨੂੰ ਮਾਂਜਦੀ ਹੈ। ਮਨ ਵੀ ਬੜਾ ਸੂਖਸ਼ਮ ਹੈ, ਵਿਚਾਰ ਵੀ ਬੜੀ ਸੂਖਸ਼ਮ ਹੁੰਦੀ ਹੈ। ਦੇਖੋ ਕੌਡਾ ਰਕਸ਼ ਹੈ। ਸਤਿਗੁਰੂ ਜੀ ਨੇ ਉਹਨੂੰ ਸ਼ਬਦ ਦੀ ਵਿਚਾਰ ਦੇ ਕੇ ਜੀਵਨ ਪਲਟਿਆ। ਉਜਲ ਕਹਿ ਚਲਕਣਾ ਕੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਨ ਤਿਸ ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੈ ਲਿਖਾ ਮੰਗਿਆ ਤਿੱਥੈ ਖੜੇ ਦਿਸਨ। ਇਹ ਸ਼ਬਦ ਦੀ ਵਿਚਾਰ ਜਿਹੜੇ ਬਖਸ਼ੀ, ਉਹਨੂੰ ਆਪਣੇ ਜਿਹੜੇ ਪਾਪ ਕਰਮ ਸੀ ਉਹਨਾਂ ਦਾ ਅਹਿਸਾਸ ਹੋਇਆ। ਉਹਨੇ ਫਿਰ ਖਿਮਾ ਮੰਗੀ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੈ ਮਾਰਗ ਪਾਵੈ। ਉਹ ਹੀ ਵਿਅਕਤੀ ਜਿਹੜਾ ਕਈ ਤਰ੍ਹਾਂ ਦੇ ਪਾਪ ਉਪਦਰਵ ਕਰਦਾ ਸੀ, ਜਦੋਂ ਉਹਨੂੰ ਸਿੱਖਿਆ ਮਿਲ ਗਈ, ਦੀਖਿਆ ਮਿਲ ਗਈ, ਪਾਪ ਕਰਮ ਤਿਆਗ ਤੇ ਉਹ ਧਰਮਸ਼ਾਲਾ ਪੁੰਨਮਈ ਬਣ ਗਈ। ਲੰਗਰ ਚੱਲਣ ਲੱਗ ਪਿਆ, ਦੋਨੋਂ ਵੇਲੇ ਕਥਾ ਕੀਰਤਨ ਨਾਮ ਅਭਿਆਸ ਹੋਣ ਲੱਗ ਪਿਆ। ਤੇ ਪਿਛਲੇ ਪਾਪ ਜਿਹੜੇ ਸੀ ਸੇਵਾ ਸਿਮਰਨ ਕਰ ਕਰਕੇ ਧੋ ਲੈ। ਗਾਹਾਂ ਵਾਸਤੇ ਪਵਿੱਤਰਤਾ ਵਾਲਾ ਜਿਹੜਾ ਜੀਵਨ ਸੀ ਉਹ ਪ੍ਰਾਪਤ ਹੋ ਗਿਆ। ਇਸ ਵਾਸਤੇ ਕਹਿੰਦੇ ਹੈ ਮੱਜਨ ਹੋਵਤ ਸਾਧੂ ਧੂਰੇ, ਸਾਧੂਆਂ ਦੀ ਧੂੜੀ ਵਿੱਚ ਇਹ ਇਸ਼ਨਾਨ ਕਰਨਾ ਕਿ ਉਹਨਾਂ ਦੀ ਸੰਗਤ ਵਿੱਚ ਆ ਕੇ ਉਪਦੇਸ਼ ਲੈ ਕੇ, ਸਿੱਖਿਆ ਲੈ ਕੇ ਆਪਣੇ ਮਨ ਦੀਆਂ ਬਿਰਤੀਆਂ ਨੂੰ ਉਜਲ ਕਰ ਲੈਣਾ, ਪਵਿੱਤਰ ਕਰ ਲੈਣਾ। ਜਿਵੇਂ ਇਸ਼ਨਾਨ ਕਰਨਾ ਸਰੀਰ ਦੀ ਪਵਿੱਤਰਤਾ ਹੁੰਦੀ ਹੈ, ਅਤੇ ਗੁਰੂ ਦੀ ਜਿਹੜੀ ਸਿੱਖਿਆ ਹੈ ਇਹ ਮਨ ਨੂੰ ਪਵਿੱਤਰ ਕਰ ਦਿੰਦੀ ਹੈ। ਆਵਣ ਜਾਣ ਰਹੇ ਥਿਤ ਪਾਈ, ਕਿਉਂਕਿ ਜੀਵਾਤਮਾ 84 ਲੱਖ ਜੂਨਾਂ ਦਾ ਗੇੜਾ ਹੈ, ਬਹੁਤ ਵੱਡਾ। ਕਿਹੜੇ ਕਿਹੜੇ ਜਨਮਾਂ 'ਚ ਘੁੰਮਦਾ ਆ ਰਿਹਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਤਰੰਗਾ। ਇਹ ਸਾਰਾ ਸ਼ਬਦ ਬਾਚੋ ਸਾਰੀ ਵਿਆਖਿਆ ਇਹਦੇ ਵਿੱਚ ਦੱਸੀ ਹੋਈ ਹੈ। ਆਉਣਾ ਸੰਸਾਰ 'ਤੇ, ਰਹਿਣਾ ਅਤੇ ਜਾਣਾ, ਕਿਉਂਕਿ ਪਰਾਰਬਧ ਦੇ ਅਨੁਸਾਰ ਇਹ ਜੀਵ ਸੰਸਾਰ 'ਤੇ ਆਉਂਦੇ ਆ। ਜਿੰਨੀ ਪਰਾਰਬਧ ਹੈ ਉਹਦੇ ਅਨੁਸਾਰ ਰਹਿੰਦੇ ਆ। ਜਦੋਂ ਪਰਾਰਬਧ ਮੁੱਕ ਜਾਂਦੀ ਹੈ ਇਹ ਸੰਸਾਰ ਤੋਂ ਜਾਣਾ ਪੈਂਦਾ। ਅਤੇ ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਨੇ ਸਤਿਗੁਰੂ ਜੀ ਦੇ ਆਸ਼ੇ ਅਨੁਸਾਰ ਜਦੋਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ, ਫਿਰ ਉਹਨਾਂ ਦਾ ਆਉਣਾ ਨਹੀਂ ਹੁੰਦਾ, ਪੁਨਰ ਜਨਮ ਨਹੀਂ ਹੁੰਦਾ। ਜਦੋਂ ਜਨਮ ਹੀ ਨਾ ਹੋਇਆ ਤੇ ਜਾਣਾ ਕਿਨ, ਮਰਨਾ ਕਿਨ, ਫਿਰ ਇਹਨਾਂ ਦੋਹਾਂ ਨੂੰ ਜਿੱਤ ਲੈਂਦੇ ਆ। ਨਾ ਉਹਨਾਂ ਦਾ ਆਉਣਾ ਹੈ, ਨਾ ਉਹਨਾਂ ਦਾ ਜਾਣਾ ਹੈ। ਜੇ ਪ੍ਰਸ਼ਨ ਕਰੀਏ ਕਿ ਵੱਡੇ ਵੱਡੇ ਫਿਰ ਜਿਹੜੇ ਬੰਦਗੀ ਵਾਲੇ ਮਹਾਂਪੁਰਖ ਹੈ ਉਹ ਸੰਸਾਰ 'ਤੇ ਕਿਉਂ ਆਉਂਦੇ ਆ? ਜਿਸ ਤਰ੍ਹਾਂ ਵਿਦਿਆਰਥੀ ਸਕੂਲ ਵਿੱਚ ਪੜ੍ਹਦਾ, ਵਿਦਿਆਰਥੀ ਕਾਲ 'ਚ ਸਕੂਲ 'ਚ ਉਹਦਾ ਬਹੁਤ ਸਮਾਂ ਬਤੀਤ ਹੁੰਦਾ। ਟੀਚਰ ਵੀ ਪੜ੍ਹਾਉਣ ਵਾਸਤੇ ਆਉਂਦੇ ਆ, ਉਹਨਾਂ ਦਾ ਵੀ ਕਾਫੀ ਸਮਾਂ ਸਕੂਲਾਂ ਵਿੱਚ, ਪਾਠਸ਼ਾਲਾ ਵਿੱਚ ਗੁਜ਼ਰਦਾ ਹੈ। ਵਿਦਿਆਰਥੀ ਜਿਹੜਾ ਹੈ ਉਹ ਵਿੱਦਿਆ ਲੈਣ ਵਾਸਤੇ ਆਉਂਦਾ, ਟੀਚਰ ਉਹਨੂੰ ਵਿੱਦਿਆ ਦੇਣ ਵਾਸਤੇ ਆਉਂਦਾ। ਇਸ ਤਰ੍ਹਾਂ ਜਿਨ੍ਹਾਂ ਨੇ ਇਹ ਪਰਮਾਰਥੀ ਸਕੂਲ ਵਿੱਚੋਂ ਸਿੱਖਿਆ ਲੈ ਕੇ
ਆਤਮਾ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈ ਹੈ, ਉਹਨਾਂ ਦਾ ਹੁਣ ਜੰਮਣਾ ਮਰਨਾ ਤੇ ਮਿਟ ਗਿਆ। ਜੰਮਣ ਮਰਨ ਤਿੰਨ ਕੋ ਜੋ ਹਰ ਕੇ ਲੜ ਲਾਗੇ। ਜੰਮਣ ਮਰਨ ਤਾਂ ਹੈ ਨਹੀਂ। ਪਰਮੇਸ਼ਰ ਉਹਨਾਂ ਨੂੰ ਬਖਸ਼ਿਸ਼ ਦੇ ਕੇ ਸੰਸਾਰੀ ਦੀ ਜੀਵਾਂ ਦੀ ਕਲਿਆਣ ਵਾਸਤੇ ਭੇਜ ਦਿੰਦੇ ਆ ਕਿ ਤੁਸੀਂ ਤਾਂ ਮਨੁੱਖ ਜਨਾਂ ਨੂੰ ਸਫਲ ਕਰ ਲਿਆ, ਕਿ ਹੁਣ ਜਾ ਕੇ ਜਿਹੜੇ ਕਲਯੁਗੀ ਜੀਵ ਆ ਇਹਨਾਂ ਨੂੰ ਵੀ ਸਿੱਖਿਆ ਦਿਓ, ਤਾਂ ਜੋ ਇਹ ਵੀ ਇਹਨਾਂ ਰਸਤਿਆਂ 'ਤੇ ਚੱਲ ਕੇ ਆਪਣੀ ਯਾਤਰਾ ਜਿਹੜੀ ਹੈ ਉਹ ਸਫਲ ਕਰ ਸਕਣ। ਫਿਰ ਉਹ ਪਰਮਾਤਮਾ ਦੇ ਹੁਕਮ ਵਿੱਚ ਭੇਜੇ ਜਾਂਦੇ ਹਨ। ਪਾਵਨ ਜਾਣ ਰਹੇ ਥਿਤ ਪਾਈ, ਜਿਨ੍ਹਾਂ ਗੁਰਮੁਖਾਂ ਨੂੰ ਇਹ ਅਵਸਥਾ ਮਿਲ ਗਈ, ਆਉਣ ਜਾਣ ਤੋਂ ਰਹਿ ਗਏ। ਥਿਤ ਮੈਨੇ ਉਹਨਾਂ ਨੇ ਵੀ ਇਸ ਸਥਿਤੀ ਵਾਲੀ ਜਿਹੜੀ ਅਵਸਥਾ ਸੀ ਉਹ ਪ੍ਰਾਪਤ ਕਰ ਲਈ, ਜਿੱਥੇ ਜਾ ਕੇ ਮਨ ਜਿਹੜਾ ਚਲਾਇਮਾਨ ਨਹੀਂ ਹੁੰਦਾ, ਬਿਲਕੁਲ ਨਿਰਵਿਕਲਪ ਜਿਹੜੀ ਸਮਾਧੀ ਹੈ ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਸਕੂਨ ਵਿੱਚ ਚਲੇ ਜਾਂਦੇ ਹੈ। ਇਸ ਵਾਸਤੇ ਉਹ ਫੁਰਤਾ ਦੇ ਵਿੱਚ, ਜਦੋਂ ਉਹ ਫੁਰ ਅਵਸਥਾ ਹੋ ਜਾਂਦੀ ਹੈ, ਲਿਵ ਜਿਹੜੀ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਜਨਮ ਮਰਨ ਕੇ ਮਿਟੇ ਬਸੂਰੇ, ਜਿਹੜੇ ਜੰਮਣ ਅਤੇ ਮਰਨ ਦੇ ਬਸੂਰੇ ਝੋਰੇ ਸੀ, ਦੁੱਖ ਸੀ, ਸੰਤਾਪ ਸੀ, ਉਹ ਸਾਰੇ ਮਿਟ ਜਾਂਦੇ। ਗ੍ਰੰਥਕਾਰ ਐਸਾ ਦੱਸਦੇ ਹੈ ਕਿ ਜੰਮਣ ਦਾ ਵੀ ਬਹੁਤ ਵੱਡਾ ਦੁੱਖ ਹੈ ਅਤੇ ਮਰਨ ਦਾ ਵੀ ਬੜਾ ਭਾਰੀ ਦੁੱਖ ਹੈ। ਕਿ ਜਿੰਨਾ ਚਿਰ ਸੰਸਾਰ ਵਿੱਚ ਰਹਿੰਦਾ, ਕੋਈ ਸਰੀਰ ਕਰਕੇ, ਕੋਈ ਮਨ ਕਰਕੇ, ਕੋਈ ਬਾਣੀ ਕਰਕੇ, ਕੋਈ ਆਂਢ ਗੁਆਂਢ ਤੋਂ ਕੋਈ ਨਾ ਕੋਈ ਥੋੜ੍ਹੇ ਬਹੁਤ ਦੁੱਖ ਕਲੇਸ਼ ਜਿਹੜੇ ਆ ਉਹ ਚੱਲਦੇ ਹੀ ਰਹਿੰਦੇ ਆ। ਦੁੱਖ ਵੇ ਛੋੜਾ ਇੱਕ ਦੁੱਖ ਕਹੂ, ਇੱਕ ਦੁੱਖ ਸਖਤ ਵਾਰ ਜਿਉਂ ਦੂਤ, ਇੱਕ ਦੁੱਖ ਰੋਗ ਉੱਠਿਆ ਦੰਤਾਏ, ਵੈਦ ਨਾ ਭੋਲੇ ਦਾਰੂ ਦਾ। ਵਿਛੋੜੇ ਦਾ ਦੁੱਖ ਹੈ, ਭੁੱਖ ਦਾ ਦੁੱਖ ਹੈ, ਮਾਇਆ ਦੀ ਕਮੀ ਹੋਵੇ ਇਹ ਵੀ ਦੁੱਖ ਹੈ, ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਔਰ ਜਮਾਂ ਦਾ ਵੀ ਦੁੱਖ ਹੈਗਾ। ਕਈ ਤਰ੍ਹਾਂ ਦੇ ਜਿਹੜੇ 7 ਪ੍ਰਕਾਰ ਦੇ ਭੈ ਮੰਨੇ ਗ੍ਰੰਥਕਾਰਾਂ ਨੇ ਦੱਸੇ ਹੈ, ਕਈ ਤਰ੍ਹਾਂ ਦੇ ਦੁੱਖ ਹੈਗੇ ਆ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਓਟ ਲੈ ਲਈ ਜਾਏ, ਇਹ ਫਿਰ ਨਿਰਵਾਣ ਅਵਸਥਾ ਜਦੋਂ ਪ੍ਰਾਪਤ ਹੋ ਜਾਏ, ਆਉਣਾ ਜਾਣਾ ਵੀ ਰਹਿ ਜਾਂਦਾ ਅਤੇ ਬ੍ਰਹਮ ਗਿਆਨ ਦੇ ਵਿੱਚ ਇਸ ਸਥਿਤੀ ਸਥਿਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜੰਮਣ ਮਰਨ ਦੇ ਜਿਹੜੇ ਬਸੂਰੇ ਝੋਰੇ ਹੈ, ਦੁੱਖ ਹੈ, ਉਹ ਸਾਰੇ ਦੇ ਸਾਰੇ ਮਿਟ ਜਾਂਦੇ ਹਨ। ਭਰਮ ਭੈ ਤਰੇ, ਛੁੱਟੇ ਭੈ ਜੰਮ ਕੇ। ਭਰਮ ਵਿੱਚੋਂ ਅਤੇ ਭੈ ਵਿੱਚੋਂ, ਭਰਮ ਅਤੇ ਭੈ ਦੀਆਂ ਜਿਹੜੀਆਂ ਨਦੀਆਂ ਸੰਸਾਰ ਸਾਗਰ 'ਤੇ, ਇਹਨਾਂ ਵਿੱਚੋਂ ਤਰ ਜਾਂਦੇ ਆ। ਭਰਮ ਹੁੰਦਾ ਆਪਣੇ ਆਪ ਨੂੰ ਮਨਾ ਜਾਣਨਾ, ਦੂਏ ਨੂੰ ਮਨਾ ਜਾਣਨਾ, ਇਹ ਭਰਮ ਬਿਰਤੀ ਹੈ। ਇਹ ਅਗਿਆਨਤਾ ਕਰਕੇ ਹੁੰਦਾ। ਭੈ ਵੀ ਤਾਂ ਹੀ ਹੁੰਦਾ ਜੇ ਦੂਸਰੇ ਨੂੰ ਦੂਸਰਾ ਸਮਝਦਾ, ਅਤੇ ਜੇ ਸਾਰਿਆਂ ਦੇ ਵਿੱਚ ਹੀ ਆਪਣੀ ਆਤਮਾ ਦੇਖ ਲਈਏ, ਇਹ ਭੈ ਕਿਵੇਂ ਹੋਏਗਾ। ਭਗਤ ਨਾਮਦੇਵ ਜੀ ਸਨ, ਅਤੇ ਜਦੋਂ ਮੰਦਰ ਵਿੱਚ ਗਏ ਅਤੇ ਪੰਡਿਆਂ ਨੇ ਵਿਚਾਰਿਆ ਕਿ ਇਹਦੀ ਬੜੀ ਵਡਿਆਈ ਮਹਿਮਾ ਹੋ ਰਹੀ ਹੈ, ਕਿ ਫਲਾਨੀ ਜਗ੍ਹਾ ਇੱਕ ਖੂਹ ਹੈ, ਉੱਥੇ ਕਹਾਵਤ ਬਣੀ ਹੋਈ ਸੀ, ਕੋਈ ਬਾਦਰੂ ਉੱਥੇ ਰਹਿੰਦੀ ਹੈ। ਭਗਤ ਨਾਮਦੇਵ ਨੂੰ ਆਪਾਂ ਕਹਾਂਗੇ ਆ ਘੜਾ ਲੈ ਜਾਓ, ਗਰਮੀ ਬਹੁਤ ਹੈ ਅਤੇ ਸੰਗਤ ਪਿਆਸੀ ਹੈ, ਤੁਸੀਂ ਉਸ ਖੂਹ ਤੋਂ ਜਲ ਲੈ ਕੇ ਆਓ, ਜਲ ਲੈ ਕੇ ਆਓ। ਇਹ ਜਦੋਂ ਜਾਣਗੇ, ਉਹ ਜਿਹੜੀ ਬਾਦਰੂ ਹੈ ਉਹ ਨਾਮਦੇਵ ਨੂੰ ਮਾਰ ਦੇਊਗੀ ਕਿ ਆਪਣੇ ਰਾਜ ਤੋਂ ਰੋੜਾ ਚੱਕਿਆ ਜਾਏਗਾ
ਫਿਰ ਆਪਣੀ ਪੂਜਾ ਦੇ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ। ਅਤੇ ਪੁਜਾਰੀ ਕਈ ਵਾਰੀ ਕਿਸ ਤਰ੍ਹਾਂ ਦੀਆਂ ਸਕੀਮਾਂ ਬਣਾਉਂਦਾ ਅਤੇ ਸੋਚਦਾ, ਅਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹਨਾਂ ਦਾ ਰਖਵਾਲਾ ਤਾਂ ਉਹੀ ਹੈ, ਮੇਰਾ ਗੁਰ ਰਖਵਾਲਾ ਹੋਆ। ਭਗਤ ਜੀ ਘੜਾ ਲਿਆ ਅਤੇ ਚਲੇ ਗਏ। ਉੱਥੇ ਕੋਈ ਇਹੋ ਜਿਹਾ ਭੂਤ ਵਗੈਰਾ ਤਾਂ ਹੈ ਨਾ। ਭਗਵਾਨ ਨੇ ਕਿਹਾ ਕਿ ਆਪਾਂ ਨਾਮੇ ਦੀ ਪਰਖ ਕਰੀਏ। ਭਗਵਾਨ ਨੇ ਇਹੋ ਜਿਹਾ ਸਰੂਪ ਧਾਰ ਲਿਆ, ਇਹ ਡਰ ਜਾਵੇ। ਭਗਤ ਨਾਮਦੇਵ ਨੇ ਸ਼ਬਦ ਪੜ੍ਹਿਆ, ਆਓ ਕਲੰਦਰ ਕੇਸਵਾ ਕਾਰ ਅਬਦਾਲੀ ਭੇਸਵਾ। ਤੂੰ ਤਾਂ ਕਲੰਦਰ ਹੈ। ਕਲੰਦਰ ਮੁਸਲਮਾਨਾਂ 'ਚ ਇੱਕ ਫਕੀਰਾਂ ਦਾ ਫਿਰਕਾ। ਉਸ ਭੇਖ ਦੇ ਜਿਹੜੇ ਸਾਧੂ ਕਹਿਣ ਲੱਗੇ, ਮੈਂ ਤੇ ਭੂਤ ਹਾਂ। ਕਹਿੰਦੇ ਚੱਲ ਭੂਤ ਹੀ ਸਹੀ, ਭੂਤਾਂ ਵਿੱਚ ਕੌਣ ਹੈ? ਹੈਗਾ ਤਾਂ ਸਾਰਿਆਂ ਤੂੰ ਹੀ ਹੈ, ਤੇਰੇ ਬਿਨਾਂ ਤਾਂ ਕੋਈ ਹੈ ਨਹੀਂ। ਨਾਮਦੇਵ ਜੀ ਨੇ ਕਿਹਾ, ਇਸੇ ਰੂਪ ਤੁਸੀਂ ਦਰਸ਼ਨ ਦੇਣੇ ਸੀ। ਉਹ ਘੜਾ ਪਾਣੀ ਦਾ ਲੈ ਕੇ ਚਲੇ ਗਏ। ਅਤੇ ਉਹ ਜਿਹੜੇ ਪੁਜਾਰੀ ਸੀ, ਜੋ ਚਾਹੁੰਦੇ ਸੀ ਕਿ ਉੱਥੇ ਜਾਣਗੇ ਬਾਦਰੂ ਇਹਨਾਂ ਨੂੰ ਮਾਰ ਦੇਵੇਗੀ, ਉਲਟਾ ਪਰਮੇਸ਼ਰ ਨੇ ਉਹਨਾਂ ਨੂੰ ਦਰਸ਼ਨ ਵੀ ਦਿੱਤਾ ਅਤੇ ਬਖਸ਼ਿਸ਼ ਵੀ ਕੀਤੀ। ਹਜ਼ੂਰ ਪਾਤਸ਼ਾਹ ਕਹਿੰਦੇ ਹੈ, ਭਰਮ ਭੈ ਤਰੇ। ਭਰਮ ਔਰ ਜਿਹੜਾ ਭੈ ਦਾ ਸਾਗਰ ਹੈ, ਉਹਦੇ ਵਿੱਚੋਂ ਉਹ ਤਰ ਜਾਂਦੇ ਆ। ਜਦੋਂ ਹੁਣ ਮਹਾਰਾਜ ਜਾ ਰਹੇ ਸੀ ਮੱਛ ਦੇ ਉੱਪਰ, ਅਤੇ ਮਰਦਾਨਾ ਜੀ ਬੜੇ ਭੈਭੀਤ ਹੋਏ। ਮਹਾਰਾਜ ਕਹਿੰਦੇ ਡਰਨਾ ਨਹੀਂ। ਸਿਮਰਨ ਕਰਦਾ ਤੁਰਿਆ, ਉਹ ਐਸਾ ਹੋਇਆ ਕਿ ਮਰਦਾਨਾ ਜੀ ਡਿੱਗ ਪਏ ਅਤੇ ਮੱਛ ਨੇ ਕਹਿੰਦੇ ਨਿਗਲ ਲਿਆ। ਸਤਿਗੁਰੂ ਜੀ ਨੇ ਐਸਾ ਚੋਜ ਕੀਤਾ, ਉਹਦੇ ਪੇਟ ਵਿੱਚ ਪ੍ਰਵੇਸ਼ ਕੀਤਾ ਅਤੇ ਇਤਨਾ ਆਕਾਰ ਵਧਾਇਆ, ਉਹਦੀ ਦੇਹ ਫਟ ਗਈ ਅਤੇ ਮਰਦਾਨਾ ਜੀ ਨੂੰ ਬਾਹਰ ਲੈ ਕੇ ਆ ਗਏ। ਪਹਿਲਾਂ ਦਾ ਭਰਮ ਸੀ, ਹੁਣ ਕਿਵੇਂ ਬਚਾਂਗਾ? ਡਰ ਵੀ ਸੀ, ਪਰ ਸਤਿਗੁਰ ਸੱਚੇ ਪਾਤਸ਼ਾਹ ਸਮਰੱਥ ਹੈ ਰੱਖਿਆ ਕਰਨ ਵਾਸਤੇ। ਜਿਵੇਂ ਵੀ ਉਹ ਚਾਹੁਣ ਉਵੇਂ ਹੀ ਆਪਣੇ ਪਿਆਰਿਆਂ ਦੀ ਸੁਰੱਖਿਆ ਕਰਨ ਵਾਸਤੇ ਉਹ ਸਰਵ ਸ਼ਕਤੀਮਾਨ ਹੈ। ਭਰਮ ਬਿਰਤੀ ਦੀ ਨਿਵਰਤੀ ਵੀ ਕਰ ਦਿੰਦੇ ਆ, ਭੈ ਦੇ ਸਾਗਰ 'ਚੋਂ ਵੀ ਤਾਰ ਦਿੰਦੇ ਆ। ਛੁੱਟੇ ਪੈ ਜੰਮ ਕੇ, ਜਿਹੜੇ ਜਮਾਂ ਦੇ ਭੈ ਆ ਉਹਨਾਂ ਤੋਂ ਵੀ ਛੁਟਕਾਰਾ ਦਵਾ ਦਿੰਦੇ ਹਨ। ਕਿਉਂਕਿ ਭੋਗਨ ਮੈਂ ਰੋਗ ਭੈ, ਭੋਗਾਂ ਵਿੱਚ ਰੋਗ ਦਾ ਭੈ, ਲੜਾਈ ਵਿੱਚ ਹਾਰ ਦਾ ਭੈ। ਜਿਹੜਾ ਵਿਦਵਾਨ ਆਦਮੀ ਹੈ ਉਹਨੂੰ ਮੂਰਖ ਦਾ ਡਰ ਹੈ ਕਿ ਮੇਰੀ ਬੇਇੱਜ਼ਤੀ ਨਾ ਕਰ ਦੇਵੇ। ਇਸ ਤਰ੍ਹਾਂ ਰਾਜੇ ਨੂੰ ਭੈ ਆ ਮੇਰੀ ਪ੍ਰਜਾ ਬਗਾਵਤ ਨਾ ਕਰ ਦੇਵੇ। ਕੋਈ ਨਾ ਕੋਈ ਭੈ ਜਿਹੜਾ ਤੰਦਰੁਸਤ ਨੂੰ ਭੈ ਆ ਮੈਂ ਬਿਮਾਰ ਨਾ ਹੋ ਜਾਵਾਂ। ਧਨੀ ਨੂੰ ਭੈ ਆ ਕਿ ਚੋਰ ਚੱਕਾ ਲੁੱਟ ਕੇ ਨਾ ਲੈ ਜਾਏ। ਇਸ ਤਰ੍ਹਾਂ ਦੇ ਕਿ ਜੀਵਾਤਮਾ ਨੂੰ ਜਮਾਂ ਦਾ ਭੈ ਹੈ। ਨਿਰਭੈ ਵੈਰਾਗ ਏਕ, ਘਰੋ ਨਰੋ ਸਾਬ ਵੇਖ, ਗਾਇਓ ਮੈਂ ਅਨੇਕ, ਅਬ ਥਾਕੀ ਮੋਰੀ ਮਤ ਹੈ। ਭਰਤਰੀ ਜੀ ਕਹਿੰਦੇ ਨਿਰਭੈ ਪਦਵੀ ਨੂੰ ਦੇਣ ਵਾਲੀ ਇੱਕ ਸ਼ਕਤੀ ਹੈ, ਉਹ ਵੈਰਾਗ ਆ। ਵੈਰਾਗ ਜਿਹੜਾ ਉਹ ਵਿਵੇਕ ਦੇ ਸਹਿਤ ਚਾਹੀਦਾ, ਗਿਆਨ ਦੇ ਸਹਿਤ। ਉਸ ਤਰ੍ਹਾਂ ਦਾ ਜਿਵੇਂ ਕੋਈ ਪ੍ਰਾਣੀ ਮ੍ਰਿਤਕ ਹੋ ਜਾਂਦਾ ਥੋੜ੍ਹੇ ਸਮੇਂ ਲਈ, ਅਤੇ ਵੈਰਾਗ ਸਾਰਿਆਂ ਲਈ ਹੁੰਦਾ, ਪਰ ਬਾਅਦ ਵਿੱਚ ਅਵਸਥਾ ਉਹੋ ਜਿਹੀ ਬਣ ਜਾਂਦੀ। ਕਹਿੰਦੇ ਕਬੀਰ ਸਾਹਿਬ ਦੇ ਦਰਸ਼ਨ ਵਾਸਤੇ ਕੋਈ ਪ੍ਰੇਮੀ ਆਇਆ। ਕਬੀਰ ਸਾਹਿਬ ਜਦੋਂ ਕੋਈ ਪ੍ਰਾਣੀ ਮ੍ਰਿਤਕ ਹੁੰਦਾ ਸੀ ਉਦੋਂ ਉਹਦੇ ਨਾਲ
ਜਾਂਦੇ ਸੀ। ਮਾਤਾ ਜੀ ਘਰ ਸੀ। ਪੁੱਛਿਆ ਕਬੀਰ ਸਾਹਿਬ ਜੀ, ਭਗਤ ਜੀ ਕਿੱਥੇ ਹੈ? ਕਹਿੰਦੇ ਸਾਡੇ ਮੁਹੱਲੇ 'ਚ ਕੋਈ ਪੁਰਾਣੀ ਉਹਦੀ ਮੌਤ ਹੋ ਗਈ ਹੈ, ਉਹਦੀ ਅਰਥੀ ਨਾਲ ਗਾਇਆ। ਕਹਿਣ ਲੱਗਾ ਜੀ ਮੈਂ ਅੱਗੇ ਦਰਸ਼ਨ ਨਹੀਂ ਕੀਤੇ, ਨਾਮ ਹੀ ਸੁਣਿਆ ਸੀ, ਨਿਸ਼ਾਨੀ ਕੀ ਹੈ? ਕਹਿੰਦੇ ਉਹਨਾਂ ਦੇ ਸਿਰ 'ਤੇ ਕਲਗੀ ਹੋ ਗਈ। ਜਦੋਂ ਉਹ ਸ਼ਮਸ਼ਾਨ ਘਾਟ ਵੱਲ ਆਇਆ ਤੇ ਸਾਰਿਆਂ ਦੇ ਕਲਗੀਆਂ ਨਜ਼ਰ ਆਉਣ। ਉਹਨੇ ਕਿਹਾ ਵੀ ਮਾਤਾ ਜੀ ਨੇ ਕਿਹਾ ਕਬੀਰ ਦੇ ਕਲਗੀ ਹੋ, ਇੱਥੇ ਦੇ ਸਾਰਿਆਂ ਦੇ ਨਜ਼ਰ ਆ ਰਹੇ। ਜਦੋਂ ਫਿਰ ਉਹਦੇ ਸੰਸਕਾਰ ਦੀ ਕਿਰਿਆ ਪੂਰੀ ਹੋ ਗਈ, ਵਾਪਸ ਮੁੜੇ, ਤੀਲਾ ਤੋੜ ਕੇ ਸੁੱਟਿਆ ਤੇ ਇੱਕ ਕਬੀਰ ਦੇ ਰਹਿ ਗਈ, ਬਾਕੀ ਕਿਸੇ ਦੇ ਨਹੀਂ। ਉਹਨੇ ਜਾ ਕੇ ਫਿਰ ਨਮਸਕਾਰ ਕੀਤੀ ਵੀ ਇਹ ਕਬੀਰ ਸਾਹਿਬ ਹੈ। ਕਬੀਰ ਸਾਹਿਬ ਨੇ ਪੁੱਛਿਆ ਕਿਵੇਂ ਆਏ ਸੀ? ਉਹਨੇ ਦੱਸਿਆ ਵੀ ਮੈਂ ਮਾਤਾ ਜੀ ਨੂੰ ਪੁੱਛਿਆ, ਉਹਨੇ ਦੱਸਿਆ ਵੀ ਉੱਥੇ ਗਏ ਆ, ਨਿਸ਼ਾਨੀ ਦੱਸੀ ਸੀ। ਫਿਰ ਜਦੋਂ ਮੈਂ ਆਇਆ ਸਾਰਿਆਂ ਦੇ ਕਲਗੀਆਂ ਸੀ ਤੇ ਹੁਣ ਆਪ ਜੀ ਦੇ ਆ। ਕਹਿੰਦੇ ਉਸ ਵੇਲੇ ਸਾਰਿਆਂ ਦੇ ਮਨ 'ਚ ਬੈਰਾਗ ਸੀ, ਸੰਸਾਰ ਨੂੰ ਝੂਠਾ ਜਾਣਦੇ ਸੀ। ਤੇ ਹੁਣ ਉਹ ਸੰਸਕਾਰ ਕਰਕੇ ਤੁਰ ਪਏ। ਉਹਨਾਂ ਦੀ ਪਹਿਲੀ ਵਾਲੀ ਅਵਸਥਾ ਫੇਰ ਹੋ ਗਈ ਹੈ, ਉਹਨਾਂ ਦੇ ਨਜ਼ਰ ਨਹੀਂ ਆਉਂਦੀਆਂ। ਤੇ ਸਾਡੀ ਅਵਸਥਾ ਇੱਕ ਰਾਸਿਆ ਇਹਨੂੰ ਨਜ਼ਰ ਆ ਰਹੀ ਹੈ। ਸੋ ਇਸ ਵਾਸਤੇ ਉਹ ਜਿਹੜੇ ਗੁਰਮੁਖ ਪਿਆਰੇ ਹੈ, ਉਹਨਾਂ ਦੀ ਐਸੀ ਅਵਸਥਾ ਹੁੰਦੀ ਹੈ, ਉਹਨਾਂ ਨੂੰ ਭਰਮ ਨਹੀਂ ਹੁੰਦਾ। ਦੇਖੋ ਉਹਨਾਂ ਨੂੰ ਹਾਥੀ ਮੋਹਰੇ ਮੁਸ਼ਕਾਂ ਬੰਨ੍ਹ ਕੇ ਸੁੱਟਿਆ, ਇਸੇ ਤਰ੍ਹਾਂ ਨਦੀ ਵਿੱਚ ਰੋੜਿਆ, ਅੱਗ ਵਿੱਚ ਸੁੱਟਿਆ, ਕਿੰਨਾ ਕੁਝ ਕੀਤਾ। ਪ੍ਰਹਲਾਦ ਦੇ ਪ੍ਰਸੰਗ ਪੜ੍ਹ ਲਓ। ਜਲ ਅਗਨੀ ਵਿੱਚ ਘੱਤਿਆ, ਜਲੇ ਨੂੰ ਡੁੱਬਿਆ। ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਕਿਰਪਾ ਨਾਲ ਸੀ, ਨਾ ਤਾਂ ਪਾਣੀ 'ਚ ਡੁੱਬਿਆ, ਨਾ ਅੱਗ ਨੇ ਉਹਨੂੰ ਸਾੜਿਆ। ਇਸ ਵਾਸਤੇ ਕਹਿੰਦੇ ਭਰਮ ਨਹੀਂ ਹੋਇਆ ਮੈਂ ਪਾਣੀ ਵਿੱਚ ਡੁੱਬ ਜਾਵਾਂਗਾ, ਇਹ ਭੈ ਨਹੀਂ ਹੋਇਆ ਮੇਰੀ ਮੌਤ ਹੋ ਜਾਏਗੀ। ਭਰਮ ਤੇ ਭੈ ਦੇ ਸਾਗਰ ਤੋਂ ਤਰ ਜਾਂਦੇ। ਛੁੱਟੇ ਭੈ ਜੰਮ ਕੇ, ਜਿਹੜਾ ਜਮਾਂ ਦਾ ਭੈ ਹੈ ਉਸ ਤੋਂ ਵੀ ਗੁਰਮੁਖ ਪਿਆਰਿਓ ਉਹਨਾਂ ਨੂੰ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ। ਦਿਆਲ ਦਾਸ ਆਇਆ, ਕਹਿੰਦਾ ਜੀ ਲੰਗਰ ਦੀ ਸੇਵਾ ਦੱਸ। ਗੁਰੂ ਜੀ ਨੂੰ ਕਹਿਣ ਲੱਗੇ ਕਿ ਅੰਮ੍ਰਿਤ ਛਕਣਾ ਪਏਗਾ। ਕਹਿੰਦੇ ਜੀ ਮੈਂ 7ਵੇਂ ਪਾਤਸ਼ਾਹ ਤੋਂ ਸਿੱਖੀ ਧਾਰੀ ਹੈ। ਕਹਿੰਦੇ ਠੀਕ ਹੈ, ਹੁਣ ਹੁਕਮ ਇਵੇਂ ਹੈ, ਲੇਕਿਨ ਮਨ ਮੰਨਿਆ ਨਾ। ਇਹਦੇ ਭਰਾਵਾਂ ਨੇ ਅੰਮ੍ਰਿਤ ਛਕ ਲਿਆ। ਜਦੋਂ ਉੱਥੇ ਆਏ, ਹਜ਼ੂਰ ਦਾ ਘੋੜਾ ਬੜਾ ਪਿਆਸਾ ਸੀ ਤੇ ਢਾਬ ਸੀ ਪਾਣੀ ਦੀ, ਪਾਣੀ ਪੀਤਾ ਨਹੀਂ ਤੇ ਸੁੰਘ ਕੇ ਪਿੱਛੇ ਹਟ ਗਿਆ। ਕਹਿਣ ਲੱਗੇ ਮਹਾਰਾਜ ਘੋੜੇ ਨੇ ਪਾਣੀ ਨਹੀਂ ਪੀਤਾ। ਕਹਿੰਦੇ ਇੱਥੇ ਇੱਕ ਦਿਆਲ ਦਾਸ ਨੁਗਰਾ ਰਹਿੰਦਾ, ਉਹਦੇ ਨੁਗਰੇ ਪੁਣੇ ਦੀ ਜਿਹੜੀ ਬਦਬੂ ਪੁਆ ਰਹੀ ਹੈ, ਘੋੜੇ ਨੇ ਪਾਣੀ ਨਹੀਂ ਪੀਤਾ। ਅਖੀਰੀ ਬਹੁਤ ਬੇਨਤੀਆਂ ਕੀਤੀਆਂ, ਵਚਨ ਮੰਨਣਾ ਪਿਆ। ਫਿਰ ਸਤਿਗੁਰੂ ਜੀ ਨੇ ਤੇ ਲੰਗਰ ਸੰਗਤ ਸਮੇਤ ਛਕਿਆ ਤੇ ਬਖਸ਼ਿਸ਼ ਕੀਤੀ ਸੀ। ਇਹ ਵੀ ਮਨ 'ਚ ਭਰਮ ਹੁੰਦਾ ਹੈ ਕਿ ਸ਼ਾਇਦ ਮੈਂ ਨਸ਼ਾ ਛੱਡ ਦਿਆਂਗਾ, ਮੇਰਾ ਸਰੀਰ ਨਹੀਂ ਚੱਲੇਗਾ, ਪੂਰੀ ਆਦਤ ਛੱਡਾਂਗਾ, ਮੇਰੇ ਤੋਂ ਛੱਡੀ ਨਹੀਂ ਜਾਣੀ, ਕੀ ਹੋਵੇਗਾ। ਪਰ ਬੁਰਾਈ ਛੱਡਣਾ ਸੁੱਖ ਹੀ ਹੁੰਦਾ, ਕੋਈ ਦੁੱਖ ਨਹੀਂ ਹੁੰਦਾ। ਜਦੋਂ ਬੁਰਾਈ ਕਰਦਾ, ਇਹ ਬੁਰਾਈ ਦੇ ਘੇਰੇ ਵਿੱਚ ਲਪੇਟਿਆ ਹੁੰਦਾ। ਜਦੋਂ ਉਹਦੇ ਵਿੱਚੋਂ ਨਿਕਲ ਜਾਂਦਾ, ਫਿਰ ਉਹਨੂੰ ਹੁੰਦਾ ਕਿ ਬੁਰਾਈ ਜਿਹੜੀ ਹੈ ਉਹਦੇ ਕਰਕੇ ਮੈਨੂੰ ਦੁੱਖ ਹੈ, ਤੇ ਜਦੋਂ ਇਹ ਛੱਡ ਦਿਆਂਗਾ ਇਹ ਸੁੱਖ ਹੈ। ਇਸ ਤਰ੍ਹਾਂ ਕੋਈ ਨਸ਼ਾ ਹੈ, ਵਿਸ਼ਾ ਹੈ, ਹੋਰ ਕੋਟੀਆਂ ਆਦਤਾਂ ਹੈਗੀਆਂ। ਤੇ ਜਦੋਂ ਫਿਰ ਇਹ ਸਾਰੇ ਭਰਮ ਦੀ ਨਿਵਰਤੀ ਹੋ ਜਾਂਦੀ ਹੈ ਤੇ ਬੁਰਾਈ ਕਰਨਾ ਵੀ ਕੋਈ ਸੰਕਟ ਦਾ ਸਮਾਂ ਵੀ ਬਣਦਾ ਤੇ ਉਹਦਾ ਭੈ ਵੀ ਹੁੰਦਾ, ਉਹਦੀ ਵੀ ਨਿਵਰਤੀ ਹੋ ਜਾਂਦੀ ਹੈ। ਉਹ ਘਟਾਂ ਵਿੱਚ ਇੱਕ ਵਿਆਪਕ ਨੂੰ ਭਰਪੂਰ ਵਿਆਪਕ ਸਰੂਪ ਦੇ ਦਿੰਦੇ। ਇੱਕੋ ਘਟ ਏਕ ਰਹਾ ਭਰਪੂਰੀ, ਘਟ
घटां घटां सारे ਹਿਰਦਿਆਂ ਵਿੱਚ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਭਰਪੂਰ ਹੋ ਰਿਹਾ, ਵਿਆਪਕ ਹੋ ਰਿਹਾ। ਉਹਦੀ ਜਿਹੜੀ ਸੱਤਾ ਉਹ ਸਾਰੇ ਵਿਆਪਕ ਹੈ। ਸੰਤ ਪ੍ਰੀਤਮ ਸਿੰਘ ਜੀ ਹੋਏ ਆ ਮਾਨਖੇੜੀ ਵਾਲੇ, ਪਹਿਲਾਂ ਉਹ ਬਹੁਤ ਵੱਡੇ ਡਾਕੂ ਸਨ, ਜਵਾਨ ਬੜੇ ਸੀ, ਸਰੀਰ ਬੜਾ ਵਜਨਦਾਰ ਸੀ। ਤੇ ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਮਰਿੰਡੇ ਦੇ ਇਲਾਕੇ 'ਚ ਹੋਏ ਆ, ਘਰੇ ਹੀ ਰਹੇ ਆ, ਖੇਤੀ ਕਰਦੇ ਰਹੇ, ਲੰਗਰ ਚਲਾਉਣਾ। ਤੇ ਜਨਮ ਤੋਂ ਸਿੱਧ ਪੁਰਖ ਸੀਗੇ, ਬੜੀ ਸੰਗਤ ਆ ਕੇ ਉਹਨਾਂ ਤੋਂ ਲਾਭ ਲੈਂਦੀ ਸੀ। ਉਹਨਾਂ ਦੇ ਦਰਸ਼ਨ ਵੇਲੇ ਕਰਨੇ ਆਉਣਾ ਤੇ ਸੰਤਾਂ ਨੇ ਕਹਿਣਾ, ਪ੍ਰੀਤਮਾ ਇਹ ਬੁਰੀਆਂ ਆਦਤਾਂ ਛੱਡ ਦੇ, ਇਹਦੇ ਵਿੱਚੋਂ ਕੁਝ ਪ੍ਰਾਪਤੀ ਨਹੀਂ। ਉਹਨੇ ਕਹਿਣਾ ਜੀ, ਚੋਰਾਂ ਜਾਰਾਂ ਆਸ਼ਕਾਂ ਕਸਮਾਂ ਨਾਲ ਬਿਹਾਰ। ਫਿਰ ਕੋਈ ਸਮਾਂ ਆਇਆ, ਪਕੜੇ ਗਏ। ਉਹਨੇ ਫਿਰ ਜੇਲ੍ਹ 'ਚ ਰਹੇ ਤੇ ਸ਼੍ਰੀ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰੀ ਗਏ। ਜਿੰਨੇ ਦਿਨ ਰਹੇ ਕੋਈ ਚੀਜ਼ ਖਾਧੀ ਪੀਤੀ ਨਹੀਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕੀਤੀ ਔਰ ਮਹਾਂਪੁਰਖਾਂ ਦੇ ਕਿ ਮਹਾਂਪੁਰਖੋ, ਮੈਂ ਤੁਹਾਡੇ ਬਚਨ ਮੰਨੇ ਨੇ ਤੇ ਹੁਣ ਕਿਰਪਾ ਕਰੋ, ਮੇਰੇ ਬੰਧਨ ਕੱਟੋ, ਬੰਦ ਖਲਾਸੀ ਭਾਣੇ ਹੋਏ। ਔਰ ਸਲੋਕ ਟੂਟੇ ਬੰਧਨ ਜਾਸ ਕੇ, ਹੋਆ ਸਾਧੂ ਸੰਗ, ਜੋ ਰਾਤੇ ਰੰਗੇ ਕਿ ਨਾਨਕ ਗੂੜਾ ਰੰਗ। ਲੋਕ ਆਏ ਕਾਟੇ ਮਿਟੇ ਗਗਨ, ਫਤਿਹ ਪਈ ਮਨ ਜੀਤ, ਨਾਨਕ ਗੁਰਤੇ ਥਿਤ ਪਈ, ਫਿਰ ਨਾ ਮਿਟਿਆ ਜੀਤ। ਤੇ ਜਦੋਂ ਉਹਦੀ ਕਿਰਪਾ ਹੋ ਜਾਏ ਤੇ ਸਿਮਰਨ ਵਾਲਿਆਂ ਦੇ ਬੰਧਨ ਕੱਟੇ ਜਾਂਦੇ ਆ। ਬੜੇ ਬੜੇ ਮਹਾਂਪੁਰਖਾਂ ਵਾਸਤੇ ਬੰਧਨ ਪਏ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੇਲ੍ਹਾਂ ਵਿੱਚ ਗਏ, ਕਿੰਨੇ ਕੈਦੀਆਂ ਨੂੰ ਰਿਹਾ ਕਰਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 52 ਰਾਜਿਆਂ ਨੂੰ ਬੰਦ ਖਲਾਸੀ ਦਿੱਤੀ, ਹੋਰ ਕਿੰਨੇ ਕੈਦੀਆਂ ਨੂੰ ਔਰ ਬੰਦੀ ਛੋੜ ਕਹਾਇਆ। ਇਸ ਵਾਸਤੇ ਬਾਲਾ ਰਾਓ ਰੁਸਤਮ ਰਾਓ ਦਸਮ ਪਾਤਸ਼ਾਹ ਜੀ ਨੇ ਇੰਨੀ ਕਿਰਪਾ ਕੀਤੀ। ਇਸੇ ਤਰ੍ਹਾਂ ਹੁਣ ਅਰਦਾਸ ਬੇਨਤੀ ਕਰਦੇ ਹੈ, ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਬਿਰਥੀ ਨਹੀਂ ਜਾਂਦੀ, ਇਹ ਵੀ ਪ੍ਰੀਖਿਆ ਦੀ ਘੜੀ ਹੁੰਦੀ ਹੈ, ਕੋਈ ਸਮਾਂ ਹੁੰਦਾ। ਤੇ ਸਾਧ ਸੰਗਤ ਜੀ ਅਰਦਾਸ ਕੀਤੀ। ਹੁਣ ਉਹ ਜਦੋਂ ਕੋਈ ਇਹੋ ਜਿਹਾ ਵਿਅਕਤੀ ਫੜਿਆ ਜਾਏ, ਪੁਲਿਸ ਵਾਲਿਆਂ ਨੂੰ ਵੀ ਚਾਅ ਚੜ੍ਹ ਜਾਂਦਾ ਹੈ, 10 ਨੰਬਰੀ ਆ, ਇਸ਼ਤਿਹਾਰੀ ਹੈ। ਫਿਰ ਉਹ ਨੰਬਰ ਬਣਾਉਣ ਵਾਸਤੇ ਜਿੰਨੇ ਅੱਗੇ ਪਿੱਛੇ ਵੀ ਕੋਈ ਜੁਰਮ ਹੁੰਦੇ ਆ, ਉਹ ਸਾਰੇ ਉਹਦੇ ਸਿਰ ਪਾ ਦਿੰਦੇ ਆ। ਇਹ ਇਹਨਾਂ 'ਚ ਸ਼ਾਮਲ ਹੋਇਆ ਹੁਣ। ਉਹਨੇ ਜੀ ਬੜੇ ਪੇਪਰ ਤਿਆਰ ਕੀਤੇ ਤੇ ਹੁਣ ਉਹ ਵੱਡੇ ਅਫਸਰ ਦੇ ਪੇਸ਼ ਕਰਨਾ ਸੀ। ਜਦੋਂ ਪੇਪਰ ਦੇਖੇ ਸਾਰੇ ਕੋਰੇ, ਉਹ ਜਿੰਨੀ ਲਿਖਤ ਲਿਖੀ ਸੀ, ਕੇਸ ਬਣਾਏ ਸੀ, ਉਹ ਸਾਰੀ ਸ਼ਾਹੀ ਉੱਡ ਗਈ। ਉਹ ਕਹਿਣ ਲੱਗੇ, ਇਹਨੂੰ ਫੜ ਕੇ ਲਿਆਏ ਆ, ਇਹ ਤਾਂ ਬਹੁਤ ਭਲਾ ਮਾਨਸ ਆਦਮੀ, ਨਾ ਰੋਟੀ ਖਾਧੀ, ਨਾ ਪਾਣੀ ਪੀਤਾ, ਨਾ ਇਹ ਸੁੱਤਾ, ਤੇ ਇਹ ਬਸ ਪਹਿਲੀ ਪੌੜੀ ਪੜੀ ਜਾ ਰਿਹਾ। ਇਹਦੇ 'ਚ ਕਿੰਨੀ ਸ਼ਕਤੀ ਹੈ ਸ਼ਬਦ ਦੇ ਵਿੱਚ। ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਪੁੱਛਿਆ ਸੀ, ਤੁਸੀਂ ਇੱਥੇ ਕਿਹੜੀ ਬਰਕਤ ਨਾਲ ਆਏ ਹੋ? ਮਹਾਰਾਜ ਕਹਿੰਦੇ, ਸ਼ਬਦ ਜਿੱਤੀ ਸਦ ਮੰਡਲੀ ਕੀ ਤੋਸ ਆਪਣਾ ਪੰਥ ਨਾਲ। ਇਹ ਸ਼ਬਦ ਦੀ ਬਰਕਤ। ਗੜ ਬਗਦਾਦ ਨਵਾਏ ਕਹਿ, ਮੱਕਾ ਮਦੀਨਾ ਸਭ ਨਵਾਇਆ, ਸ਼ਬਦ ਦੀ ਬਰਕਤ ਹੈ। ਉਹਨਾਂ ਨੇ ਕਿਹਾ ਵੀ ਤੁਸੀਂ ਕਹਿੰਦੇ ਕੇਸ ਹੈ, ਇਸ ਤਰ੍ਹਾਂ ਦਾ ਖੂਨਖਾਰ ਵਿਅਕਤੀ ਹੈ, ਆ ਪੇਪਰ ਰੱਖੇ ਆ, ਇਹਦੇ ਤਾਂ ਕੋਈ
ਦਿਖਤ ਹੈ ਹੀ ਨਹੀਂ। ਉਹ ਹੈਰਾਨ ਪਿਆ, ਅਸੀਂ ਕੇਸ ਬਣਾ ਕੇ ਲਿਆਏ, ਕਾਗਜ਼ ਕੋਰੇ। ਉਹ ਅਫਸਰ ਨੇ ਉਹਨਾਂ ਨੂੰ ਬੜੀਆਂ ਝਾੜਾਂ ਪਾਈਆਂ ਅਤੇ ਇਹਨਾਂ ਨੂੰ ਛੱਡ ਦਿੱਤਾ। ਇਹ ਸਿੱਧੇ ਹੀ ਫਿਰ ਸੰਤ ਬਾਬਾ ਅਜੀਤ ਸਿੰਘ ਜੀ, ਜੋ ਬ੍ਰਹਮ ਗਿਆਨੀ ਨਸਲਪੁਰ ਵਾਲੇ, ਅਤੇ ਉਹਨਾਂ ਦੇ ਚਰਨਾਂ 'ਚ ਆਵੇ, ਨਮਸਕਾਰ ਕੀਤੀ। ਕਹਿਣ ਲੱਗੇ, ਸੁਣਾ ਪ੍ਰੀਤਮਾ, ਹੁਣ ਪੜ੍ਹ, ਚੋਰਾਂ ਯਾਰਾਂ ਆਸ਼ਕਾਂ ਕਾਸਾਂ ਨਾਲ ਵਿਹਾਰ। ਕਹਿੰਦੇ ਮਾਰਾ ਹੁਣ ਸੋਝੀ ਨਾ, ਹੁਣ ਸਮਾਂ ਇਸੇ ਢੰਗ ਨਾਲ ਬਣਨਾ ਸੀ ਅਤੇ ਜੀਵਨ ਦੇ ਵਿੱਚ ਪਲਟਾ ਹੋਣਾ ਸੀ। ਇਹ ਸੰਤਾਂ ਨੇ ਪੰਜ ਪਿਆਰੇ ਬੁਲਾਏ, ਉਹਨਾਂ ਨੂੰ ਬੇਨਤੀ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੋ ਮਰਜ਼ਾਦਾ ਹੈ ਗੁਰਮਤਿ ਦੀ, ਉਹਦੇ ਮੁਤਾਬਕ ਉਹਨਾਂ ਨੂੰ ਫਿਰ ਅੰਮ੍ਰਿਤ ਛਕਾਇਆ ਅਤੇ ਨਾਲ ਬਖਸ਼ਿਸ਼ ਦਿੱਤੀ। ਕਹਿਣ ਲੱਗੇ, ਹੁਣ ਤੁਸੀਂ ਆਪਣੇ ਪਿੰਡ ਮਾਨਖੇੜੀ, ਜਿਹੜੀ ਤੁਹਾਡੀ ਪਿਤਾ ਪੁਰਖੀ ਜ਼ਮੀਨ ਹੈ, ਉੱਥੇ ਨਿਸ਼ਾਨ ਸਾਹਿਬ ਚਲਾ ਕੇ ਗੁਰਦੁਆਰਾ ਸਾਹਿਬ ਬਣਾਓ, ਮਹਾਰਾਜ ਪ੍ਰਕਾਸ਼ ਕਰਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਓ ਅਤੇ ਸੰਗਤਾਂ ਦੇ ਵਿੱਚ ਵਿਚਰ ਕੇ ਪ੍ਰਚਾਰ ਕਰੋ ਗੁਰਮਤਿ ਦਾ, ਔਰ ਖੰਡੇ ਬਾਟੇ ਦਾ ਅੰਮ੍ਰਿਤ ਛਕਾਓ। ਉਹਨਾਂ ਨੇ ਫਿਰ ਮਹਾਂਪੁਰਖਾਂ ਦਾ ਬਚਨ ਮੰਨ ਕੇ ਇਸੇ ਪ੍ਰਕਾਰ ਕੀਤਾ। ਅਤੇ ਉਹਨਾਂ ਦੇ ਭਰਾ ਲੱਗਦੇ ਸੀ ਪਰਿਵਾਰ 'ਚੋਂ ਭਾਈ ਜੀਵਨ ਸਿੰਘ, ਉਹਨਾਂ ਨੇ ਲੰਗਰ ਵਿੱਚ ਸੇਵਾ, ਖੇਤੀ ਦੀ ਸੇਵਾ ਸਾਰੀ ਨਿਭਾਈ ਅਤੇ ਸੰਤਾਂ ਨੇ ਫਿਰ ਬਹੁਤ ਸੰਗਤਾਂ ਨੂੰ ਅੰਮ੍ਰਿਤ ਛਕਾਏ। ਐਸੀ ਉਹਨਾਂ ਦੀ ਉੱਚੀ ਅਵਸਥਾ ਬਣ ਗਈ। ਜਦੋਂ ਡਾਕੂ ਹੁੰਦਾ, ਦੂਏ ਵਾਸਤੇ ਉਹਦੀ ਸੋਚ ਕੀ ਹੁੰਦੀ ਹੈ, ਪਰ ਜਦੋਂ ਅਵਸਥਾ ਬਦਲ ਜਾਂਦੀ ਹੈ, ਬੁੱਧ ਬਦਲੀ ਸਿੱਧ ਪਾਈ। ਬੁੱਧੀ ਹੋ ਗਈ ਹੈ, ਜਿਹੜੇ ਬੁੱਧੀ ਬਦਲ ਜਾਂਦੀ ਹੈ, ਉਹ ਡਾਕੂ ਹੀ ਸੰਤ ਬਣ ਜਾਂਦਾ, ਗੁਰਮੁਖ ਬਣ ਜਾਂਦਾ। ਜਿਵੇਂ ਹੁਣ ਦੁੱਧ ਹੈ, ਮਾੜੇ ਭਾਂਡੇ ਪਈਏ ਫੁੱਟ ਜਾਂਦਾ, ਪਰ ਜੇ ਭਾਂਡੇ ਸਾਫ਼ ਪਾ ਕੇ ਵਿਧੀ ਪੂਰਵਕ ਉਹਨੂੰ ਜਾਗ ਲਾਈਏ, ਉਹਦੇ 'ਚ ਕਿੰਨੇ ਵਧੀਆ ਵਧੀਆ ਪਦਾਰਥ ਵੀ ਬਣ ਜਾਂਦੇ ਆ। ਜੋ ਵੀ ਹੈ ਬੱਤੀ ਪਾ ਕੇ ਜਗਾਈਏ, ਉਹ ਪ੍ਰਕਾਸ਼ ਦਾ ਕਾਰਨ ਵੀ ਬਣ ਜਾਂਦਾ। ਇਸ ਵਾਸਤੇ ਪ੍ਰਕਾਸ਼ ਦੇ ਨਾਲ ਸਾਨੂੰ ਹਨੇਰੇ 'ਚ ਪਈਆਂ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ। ਇਸ ਤਰ੍ਹਾਂ ਜਦੋਂ ਹਿਰਦੇ ਵਿੱਚ ਆਤਮਾ ਰੂਪੀ ਜੋਤੀ ਦਾ ਪ੍ਰਕਾਸ਼ ਹੋ ਜਾਏ, ਅਗਿਆਨਤਾ ਦਾ ਹਨੇਰਾ ਜਿਹੜਾ ਨਿਵਰਤ ਹੋ ਜਾਏ, ਫਿਰ ਰਾਗ ਦਵੈਸ਼ ਵਾਲੀ ਜਿਹੜੀ ਬਿਰਤੀ ਖਤਮ ਹੋ ਜਾਂਦੀ ਹੈ। ਘਟ ਘਟ ਏਕ ਰਹਿਆ ਭਰਪੂਰੇ, ਘਟਾਂ ਘਟਾਂ ਸਾਰੇ ਹਿਰਦਿਆਂ 'ਚ ਇੱਕੋ ਇੱਕ ਪਰਮਾਤਮਾ ਜਿਹੜਾ ਭਰਪੂਰ ਵਿਆਪਕ ਰੂਪ ਨਜ਼ਰ ਆਉਣ ਲੱਗ ਪੈਂਦਾ ਅਤੇ ਉਹਦੀ ਦ੍ਰਿਸ਼ਟੀ ਦੇ ਅੰਦਰ ਨਾ ਕੋਈ ਬੈਰੀ ਨਹੀਂ ਬਗਾਨਾ। ਐਸੀ ਜਿਹੜੀ ਅਵਸਥਾ, ਐਸੀ ਜਿਹੜੀ ਧਾਰਨਾ ਹੈ, ਉਹ ਸਾਧ ਸੰਗਤ ਜੀ ਪੈਦਾ ਹੋ ਜਾਂਦੀ ਹੈ। ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਜਿਵੇਂ ਦੇਖੋ ਹਰਗੋਬਿੰਦਪੁਰ 6ਵੇਂ ਪਾਤਸ਼ਾਹ ਨੇ ਇੱਕ ਜੰਗ ਉੱਥੇ ਵੀ ਲੜੀ ਹੈ, ਉਹ ਨਗਰ ਦੀ ਰਚਨਾ ਵੀ ਆਪ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ। ਉੱਥੇ ਜਿਹੜੇ ਮੀਆਂ ਮੀਰ ਜੀ ਹੋਏ ਆ, ਇਹਨਾਂ ਦੇ ਗੁਰੂ ਭਾਈ ਸਾਈਂ ਸ਼ੇਖ ਹੋਏ ਆ। ਜਲੰਧਰ 'ਚ ਇੱਕ ਬਸਤੀ ਹੈ, ਉਹ ਬਸਤੀ ਦਾ ਨਾਂ ਹੈ ਉਹਨਾਂ ਦੇ ਨਾਂ 'ਤੇ। ਇੱਕ ਜਾਨੀ ਖਾਂ, ਇਹ ਵੀ ਇਹਨਾਂ ਦਾ ਭਾਈ ਸੀ, ਉਹ ਬੜਾ ਪ੍ਰੇਮੀ ਸੀ। ਉੱਥੇ ਉਹ ਭਜਨ ਬਾਣੀ ਕਰਨੀ ਅਤੇ ਮਹਾਰਾਜ ਦੇ ਦਰਸ਼ਨ ਲਈ ਆਇਆ। ਹੁਣ ਬੜੇ ਪ੍ਰੇਮ ਨਾਲ ਪੜ੍ਹਨਾ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਦਿਖਾ ਦੋ। ਜਿਹੜਾ 6ਵੇਂ ਪਾਤਸ਼ਾਹ ਨੇ ਮੁਰੇ ਕਨਾਤ ਕਨਾ ਲਈ, ਉਹਦੀ ਪ੍ਰੀਖਿਆ ਲਈ
ਉਹਦੇ ਮਨ 'ਚ ਹੋਰ ਬਹੁਤ ਵਿਰਾਗ ਆ ਗਿਆ ਕਿ ਮੈਂ ਦਰਸ਼ਨ ਲਿਆਇਆ ਸੀ, ਮੇਰਾ ਹਾਲੇ ਕਿਹੜਾ ਕਰਮਹੀਣਾ ਕਿ ਮਹਾਰਾਜ ਨੂੰ ਮੇਰੇ ਕਨਾਤ ਤਣਾਤੀ ਹੈ, ਮੈਨੂੰ ਦਰਸ਼ਨ ਨਹੀਂ ਹੋ ਰਿਹਾ, ਬਸ ਆਹ ਹੀ ਪੜ੍ਹੀ ਜਾਏ। ਮਹਾਰਾਜ ਕਹਿੰਦੇ ਜੇ ਤੂੰ ਪਈ ਬਹੁਤ ਕਾਹਲਾ, ਜਾ ਕੇ ਬਿਆਸ ਦਰਿਆ ਦੇ ਵਿੱਚ ਛਾਲ ਮਾਰ। ਉਹ ਭੱਜ ਪਿਆ ਵੀ ਜੇ ਗੁਰੂ ਦਾ ਬਚਨ ਮੰਨ ਕੇ ਦਰਿਆ ਛਾਲ ਮਾਰਨ ਨਹੀਂ ਮਹਾਰਾਜ ਦਰਸ਼ਨ ਹੁੰਦੇ ਆ ਇਹ ਵੀ ਠੀਕ ਹੈ, ਜੇ ਦਰਿਆ 'ਚ ਰੁੜ ਗਿਆ ਤੇ ਉਹਨਾਂ ਦੇ ਹੁਕਮ 'ਚ ਮਰਨਾ ਇਹ ਵੀ ਠੀਕ ਹੈ। ਹੁਕਮ ਦਾ ਮਰਨਾ ਵੀ ਠੀਕ ਹੈ, ਹੁਕਮ ਦਾ ਰਹਿਣਾ ਵੀ ਠੀਕ ਹੈ, ਹੁਕਮ ਦਾ ਜੀਵਨ ਵੀ ਠੀਕ ਹੈ, ਗੱਲ ਤਾਂ ਹੁਕਮ ਦੀ ਹੈ। ਉਹ ਦੌੜ ਪਿਆ। ਫਿਰ ਸਤਿਗੁਰੂ ਜੀ ਨੇ ਗੁਰਮੁਖਾਂ ਨੂੰ ਭੇਜਿਆ, ਪੇ ਲਿਆਓ ਤਾਂ ਪੱਕਾ ਪ੍ਰੇਮੀ। ਫਿਰ ਸਾਧ ਸੰਗਤ ਜੀ ਮਹਾਰਾਜ ਨੂੰ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ, ਕਿਰਪਾ ਹੋਈ। ਫਿਰ ਇਹਨੂੰ ਸਾਈਂ ਸ਼ੇਖ ਨੇ ਬੇਨਤੀ ਕੀਤੀ ਕਿ ਮੈਨੂੰ ਵੀ ਦਰਸ਼ਨ ਕਰਾਓ। ਜਦੋਂ ਫਿਰ ਮਹਾਰਾਜ ਕਰਤਾਰਪੁਰ ਸਾਹਿਬ ਆਏ, ਸਾਈਂ ਸ਼ੇਖ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਇਆ ਅਤੇ ਚਰਨ ਪਾਉਣ ਵਾਸਤੇ ਬੇਨਤੀ ਜਲੰਧਰ ਵਿੱਚ ਕੀਤੀ ਅਤੇ ਮਹਾਰਾਜ ਦੀ ਘੋੜੇ ਦੀ ਲਗਾਮ ਫੜ ਕੇ ਲਿਆਇਆ। ਉੱਥੇ ਜਲੰਧਰ 'ਚ ਮਹਾਰਾਜ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਬਸਤੀ ਸ਼ੇਖ। ਸੋ ਪ੍ਰੇਮੀਆਂ ਦੀ ਜਿਹੜੀ ਅਵਸਥਾ ਹੈ ਬੜੀ ਅਲੌਕਿਕ ਹੈ। ਨਾਨਕ ਸਰਨ ਪਰਿਓ ਦੁਖ ਭੰਜਨ, ਇਹ ਦੁੱਖਾਂ ਦਾ ਭੰਜਨ ਨਾਸ਼ ਕਰਨ ਵਾਲੇ ਪਰਮੇਸ਼ਰ, ਅਸੀਂ ਤੁਹਾਡੀ ਸ਼ਰਨ ਵਿੱਚ ਪਏ, ਤੁਹਾਡੀ ਸ਼ਰਨ ਵਿੱਚ ਆ ਗਏ, ਸਾਡੇ ਦੁੱਖ ਕੱਟ ਦਿਓ। ਬਾਲਾ ਰਾਓ ਰੁਸਤਮ ਰਾਓ ਪੂਨੇ ਸਤਾਰੇ ਦੇ ਕਿਲੇ ਵਿੱਚ ਨਜ਼ਰਬੰਦ ਸੀ। ਬੜੇ ਗੁਰੂ ਪੀਰ ਉਹਨੇ ਧਿਆਏ, ਕਿਤਿਓਂ ਮੁਰਾਦ ਪੂਰੀ ਨਹੀਂ ਹੋਈ। ਉਹ ਜੇਲ੍ਹ ਦੇ ਜਿਹੜਾ ਦਰੋਗਾ ਸੀ ਉਹ ਸਿੱਖ ਸੀ, ਉਹ ਹਰ ਵੇਲੇ ਬਾਣੀ ਪੜ੍ਹਦਾ ਰਹਿੰਦਾ ਸੀ। ਇਹਨੇ ਵੀ ਪੁੱਛਿਆ ਵੀ ਇਹ ਕਲਾਮ ਕਿਹਦੀ ਪੜ੍ਹਦੇ ਨੇ? ਕਹਿਣ ਲੱਗੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਹੈ। ਕਹਿਣ ਲੱਗੇ ਸਾਨੂੰ ਬੜਾ ਲੰਬਾ ਸਮਾਂ ਹੋਇਆ ਕਿ ਅਸੀਂ ਇੱਥੇ ਹੀ ਪ੍ਰਾਣ ਤਿਆਗ ਜਾਵਾਂਗੇ। ਕਹਿਣ ਲੱਗੇ ਤੁਸੀਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਆਰਾਧਨਾ ਕਰੋ, ਉਹ ਕਿਰਪਾ ਕਰਨਗੇ। ਉਹਨੇ ਸੱਚੇ ਆਰਾਧੇ ਨਾਲ ਅਰਦਾਸ ਕੀਤੀ ਤੇ ਮਹਾਰਾਜ ਨੇ ਬੇਨਤੀ ਪ੍ਰਵਾਨ ਕੀਤੀ। ਇੱਕਦਮ ਜੇਲ੍ਹ 'ਚ ਬੜਾ ਪ੍ਰਕਾਸ਼ ਹੋਇਆ, ਮਹਾਰਾਜ ਹਾਜ਼ਰ ਹੋ ਗਏ। ਉਹ ਜਿਹੜੇ ਸੰਤਰੀ ਸੀ ਮੂਰਛਿਤ ਹੋ ਕੇ ਡਿੱਗ ਪਏ, ਜੇਲ੍ਹਾਂ ਦੇ ਜੰਦੇ ਖੁੱਲ੍ਹ ਗਏ। ਪਾਤਸ਼ਾਹ ਕਹਿਣ ਲੱਗੇ ਆਹ ਘੋੜੇ ਦੀ ਰਕਾਬ ਇੱਕ ਜਣਾ ਇੱਧਰੋਂ ਫੜ ਲਓ, ਦੂਆ ਜਣਾ ਦੂਏ ਪਾਸੋਂ। ਮਨਵਾੜ ਜਿੱਥੇ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਗੁਰਦੁਆਰਾ ਬਣਾਇਆ, ਪਹਿਲਾਂ ਜਦੋਂ ਰੇਲ ਜਾਂਦੀ ਸੀ ਇੱਥੇ ਉਤਰ ਕੇ ਫਿਰ ਛੋਟੀ ਲਾਈਨ ਵਾਲੀ ਰੇਲ ਫੜ ਕੇ ਸੰਗਤ ਜਾਂਦੀ, ਇੱਕ ਰਾਤ ਲੱਗਦੀ ਹੁੰਦੀ ਸੀ। ਹੁਣ ਤਾਂ ਸਾਧਨ ਬਹੁਤ ਹੋ ਗਏ। ਉਹ ਬਾਬਾ ਜੀ ਨੇ ਕਿਹਾ ਵੀ ਇੱਥੇ ਇਹਨਾਂ ਦੀ ਰਾਜਧਾਨੀ ਸੀ ਮਨਵਾੜ, ਉੱਥੇ ਦੇ ਹਲੋ ਲਿਆ ਕੇ ਉਤਾਰਿਆ। ਕਿਉਂਕਿ ਜਦੋਂ ਗੁਰੂ ਕੀ ਸ਼ਰਨ ਗ੍ਰਹਿਣ ਕਰੀਏ, ਮਹਾਰਾਜ ਸਮਰੱਥਿਆ ਰਾਖੇ ਆਪਣੇ ਪਿਆਰਿਆਂ ਦੇ। ਸੰਕਟ ਆ ਜਾਂਦੇ ਬੜੇ ਬੜਿਆਂ ਪ੍ਰੇਮੀਆਂ ਦੇ ਵੀ, ਪਰ ਉਹਨਾਂ ਦੀ ਓਟ ਲੈਂਦੇ, ਮਹਾਰਾਜ ਰੱਖਿਆ ਕਰਦੇ। ਬੰਧਨ ਤੇ ਹੋਈ ਛੁਟਕਾਰ। ਨਾਨਕ ਸਰਨ ਪਰਿਓ ਦੁਖ ਭੰਜਨ, ਜਿਹੜੇ ਦੁੱਖਾਂ ਦਾ ਭੰਜਨ ਨਾਸ਼ ਕਰਨ ਵਾਲੇ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਹਨ। ਅੰਤਰ ਬਾਹਰ ਪੇਖ ਹਜੂਰੇ, ਉਹਨਾਂ ਨੂੰ ਫਿਰ ਐਸੀ ਦਿਵ ਦ੍ਰਿਸ਼ਟੀ ਮਿਲ ਜਾਂਦੀ ਹੈ, ਅੰਦਰ ਵੀ ਬਾਹਰ ਵੀ ਉਸ ਵਾਹਿਗੁਰੂ ਨੂੰ ਹਜੂਰੇ ਹਾਜ਼ਰ ਹੀ ਪੇਖ ਮੈਨੇ ਦੇਖਦੇ ਆ। ਅਰਥ ਹੈ ਉਹਨਾਂ ਨੂੰ ਦੁੱਖੇ ਕਿਤੇ ਨਹੀਂ, ਕਿਤੇ ਚਲੇ ਜਾਣ, ਕਿਉਂਕਿ ਪਰਮੇਸ਼ਰ ਦਾ ਹਰ ਜਗ੍ਹਾ ਹੀ ਹੈ, ਕੋਈ ਕਸ਼ਟ ਨਹੀਂ, ਕੋਈ ਕਲੇਸ਼ ਨਹੀਂ। ਉਹਨਾਂ ਦੀ ਅਵਸਥਾ ਹੀ ਉਨੀ ਉੱਚੀ ਸੁੱਚੀ ਬਣਾ ਦਿੰਦੇ ਆ। ਜੇ ਹੁਣ ਉਹ ਸਿੰਘ ਕਾਰਾਗ੍ਰਹਿ ਫਿਰ ਵੀ ਆਨੰਦ ਆ, ਇਹ ਦੇਗਾਂ ਚੁੱਪਲਦੇ ਫਿਰ ਵੀ ਆਨੰਦ ਆ, ਇਹ ਆਰੇ ਫਿਰਦੇ ਆ ਫਿਰ ਵੀ ਆਨੰਦ ਆ, ਚਰਖੜੀਆਂ ਦੇ ਚੜ੍ਹਦੇ ਫਿਰ ਵੀ ਆਨੰਦ ਆ। ਉਹਦਾ ਇਹ ਪੜ੍ਹਦੇ ਆ ਧਨ ਘੜੀ ਧਨ ਚਰ ਘੜੀ, ਧਨ ਅਦਲ ਤੁਮਾਰਾ ਧਰਮ ਹੇਤ ਸਿਰ ਵਾਰਨਾ,
ਇਹ ਗੁਰ ਕਹੈ ਹਮਾਰਾ। ਐਸੀ ਉੱਚੀ ਅਵਸਥਾ ਹੈ। ਇਹ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਵਿਚਾਰ ਆਪ ਸਾਰੀਆਂ ਸੰਗਤਾਂ ਨੂੰ ਸਰਵਣ ਕੀਤੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਜਗਤ ਮਾਤਾ ਸੁਲੱਖਣੀ ਜੀ, ਔਰ ਧੰਨ ਧੰਨ ਬੇਬੇ ਨਾਨਕੀ ਜੀ। ਦਾਸ ਤੇ ਵੀ ਆਪ ਤੇ ਵੀ ਸਾਰਿਆਂ ਦੀ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਸਾਰੀਆਂ ਸੰਗਤਾਂ ਨੇ ਇਸ ਪਵਿੱਤਰ ਗੁਰੂ ਘਰ ਵਿੱਚ ਵੀ ਪ੍ਰਬੰਧਕਾਂ ਦੇ ਉਦਮ ਦੁਆਰਾ ਔਰ ਸਰਦਾਰ ਦਵਿੰਦਰ ਸਿੰਘ ਜੀ ਬਾਲ ਸਾਹਿਬ ਸਿੱਖ ਚੈਨਲ ਔਰ ਉਹਨਾਂ ਦੇ ਸਹਿਯੋਗੀ ਸਾਰੇ ਸੇਵਾਦਾਰ, ਕੱਲ੍ਹ ਵੀ ਆਉਣਾ ਸੀ ਤੇ ਸਮਾਂ ਕਿਸੇ ਵੇਲੇ ਨਹੀਂ ਬਣ ਸਕਿਆ। ਅੱਜ ਉਹ ਹਾਜ਼ਰ ਹੋਏ ਹੈ। ਸਾਰੇ ਇੰਗਲੈਂਡ ਨਿਵਾਸੀ ਸੰਗਤਾਂ ਔਰ ਯੂਰਪ ਦੀਆਂ ਸੰਗਤਾਂ ਨੂੰ ਉਹਨਾਂ ਦੇ ਉਦਮ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੇ ਉਪਦੇਸ਼ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਾਣੀ ਦੀਆਂ ਵਿਚਾਰਾਂ ਲੈ ਕੇ ਅਸੀਂ ਵੀ ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਾਂਗੇ। ਦੋਹਾਂ ਜਹਾਨਾਂ ਵਿੱਚ ਮਹਾਰਾਜ ਸਾਡੇ ਪੜਦੇ ਕੱਢਣਗੇ, ਲਾਜ ਰੱਖਣਗੇ। ਸੋ ਇੰਨੀਆਂ ਬੇਨਤੀਆਂ ਤੋਂ ਪ੍ਰਬੰਧਕਾਂ ਦਾ, ਇੱਥੋਂ ਦੇ ਗ੍ਰੰਥੀ ਸਿੰਘ, ਰਾਗੀ ਸਿੰਘ, ਗਿਆਨੀ ਸਿੰਘ, ਸਮੂਹ ਸੰਗਤ, ਸਾਰੇ ਸਰੋਤੇ ਔਰ ਸਰਦਾਰ ਦਵਿੰਦਰ ਸਿੰਘ ਜੀ ਬਾਲ ਸਾਹਿਬ, ਉਹਨਾਂ ਦੇ ਨਾਲ ਸਹਿਯੋਗ ਦੇਣ ਵਾਲੇ ਸੇਵਾਦਾਰ ਔਰ ਸਮੂਹ ਸੰਗਤ ਜੋ ਉਹਨਾਂ ਨੂੰ ਹਰ ਪੱਖੋਂ ਸਹਿਯੋਗ ਦੇ ਰਹੀ ਹੈ। ਧਰਮ ਦੇ ਕਾਰਜਾਂ 'ਚੋਂ ਸਨੱਧ-ਬੱਧ ਹੋ ਕੇ ਇਹ ਗੁਰਮਤਿ ਪ੍ਰਚਾਰ ਦੀ ਸੇਵਾ ਨਿਭਾ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਭਾਈ ਪੱਲਾ ਸਾਹਿਬ ਛੇਵੀਂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ ਬਟਾਲੇ ਵਿੱਚ। ਇਹ ਸਾਰੇ ਬਲ ਜਿਹੜੇ ਹੈ ਉੱਥੋਂ ਇਹਨਾਂ ਦਾ ਨਿਕਾਸ ਹੈ। ਮਹਾਰਾਜ ਛੇਵੀਂ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਾਰਿਆਂ ਦਾ ਭਲਾ ਕਰਨ। ਸਭ ਸੁਖਾਲੀ ਗੁਠੀਆ ਇਹੋ ਹੁਆ ਹਲੇ ਮੀਰਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।